ਕਈ ਵਾਰ ਨਾ ਇਤਿਹਾਸ ਦੇ ਪੰਨੇ ਕਿਤੇ ਗੁੰਮ ਜਾਂਦੇ ਨੇ, ਪਰ ਫਿਰ ਕੋਈ ਇੱਕ ਅਜਿਹਾ ਮੌਕਾ ਆਉਂਦਾ ਜਦੋਂ ਪੂਰੀ ਦੀ ਪੂਰੀ ਵਿਰਾਸਤ ਦੁਬਾਰਾ ਜਾਗ ਪੈਂਦੀ ਹੈ। ਤਾਂ ਚਲੋ ਅੱਜ ਨਾਭਾ ਦੀ ਉਸੇ ਗੁਆਚੀ ਹੋਈ ਪਰ ਹਮੇਸ਼ਾ ਅਣਖ ਨਾਲ ਜਿਉਣ ਵਾਲੀ ਖੁਦ ਮੁਖਤਿਆਰ ਰੂਹ ਦੀ ਕਹਾਣੀ ਤੇ ਇੱਕ ਨਜ਼ਰ ਮਾਰੀਏ। 124 ਹੁਣ ਇਹ ਸਿਰਫ ਇੱਕ ਨੰਬਰ ਨਹੀਂ ਹੈ, ਬਲਕਿ ਇਹ ਇੱਕ ਸਦੀ ਤੋਂ ਵੀ ਵੱਧ ਲੰਮੇ ਇੰਤਜ਼ਾਰ ਦੀ ਇੱਕ ਪੂਰੀ ਦਾਸਤਾਨ ਹੈ। ਬਿਲਕੁਲ ਸਹੀ, ਪੂਰੇ 124 ਸਾਲਾਂ ਬਾਅਦ ਨਾਭਾ ਦੇ ਇਤਿਹਾਸਿਕ ਹੀਰਾ ਮਹਿਲ ਵਿੱਚ ਦਸਤਾਰਬੰਦੀ ਦੀ ਰਸਮ ਨੇ ਜਿਵੇਂ ਇੱਕ ਪੂਰੇ ਯੁੱਗ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਹੋਵੇ। ਤਾਂ ਆਪਣੀ ਅੱਜ ਦੀ ਕਹਾਣੀ ਦੀ ਸ਼ੁਰੂਆਤ ਵੀ ਬਸ ਉਸੇ ਪਲ ਤੋਂ ਹੁੰਦੀ ਹੈ। ਤਾਂ ਕੁਝ ਸਮਾਂ ਪਹਿਲਾਂ ਜਦੋਂ ਕੁੰਵਰ ਅਭਿਯੋਧਿਆ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਹੋਈ ਤਾਂ ਇਹ ਮਹਿਸੂਸ ਹੋਇਆ ਜਿਵੇਂ ਇਤਿਹਾਸ ਨੇ ਮੁੜ ਤੋਂ ਅੱਖ ਖੋਲੀ ਹੋਵੇ। ਸਮਝੋ ਇਹ ਕੋਈ ਨਿੱਜੀ ਰਸਮ ਨਹੀਂ ਸੀ, ਨਹੀਂ, ਇਹ ਤਾਂ ਉਸ ਗੁਆਚੀ ਹੋਈ ਵਿਰਾਸਤ ਨੂੰ ਦੁਬਾਰਾ ਸਥਾਪਿਤ ਕਰਨ ਦੀ ਕੋਸ਼ਿਸ਼ ਸੀ ਜਿਸ ਨੂੰ ਸਮੇਂ-ਸਮੇਂ ਤੇ ਦਬਾਉਣ ਦੀਆਂ ਬਹੁਤ ਕੋਸ਼ਿਸ਼ਾਂ ਹੋਈਆਂ। ਤਾਂ ਸਵਾਲ ਇਹ ਉੱਠਦਾ ਹੈ ਕਿ ਆਖਿਰ ਇਸ ਵਿਰਾਸਤ ਵਿੱਚ ਇੰਨਾ ਖਾਸ ਕੀ ਹੈ? ਖੈਰ, ਇਸ ਨੂੰ ਸਮਝਣ ਲਈ ਸਾਨੂੰ ਸਮੇਂ ਵਿੱਚ ਥੋੜਾ ਪਿੱਛੇ ਜਾਣਾ ਪਵੇਗਾ। ਦੇਖੋ, ਨਾਭਾ ਹਮੇਸ਼ਾ ਤੋਂ ਹੀ ਇੱਕ ਅਜਿਹੀ ਰਿਆਸਤ ਰਹੀ ਹੈ ਜਿਸ ਨੇ ਕਦੀ ਬ੍ਰਿਟਿਸ਼ ਸਾਮਰਾਜ ਅੱਗੇ ਸਿਰ ਨਹੀਂ ਝੁਕਾਇਆ। ਤੇ ਉਹ ਕਿਉਂ? ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਰਾਜ ਕਿਸੇ ਬਾਦਸ਼ਾਹ ਦੀ ਦੇਣ ਨਹੀਂ ਹੁੰਦਾ, ਬਲਕਿ ਇਹ ਤਾਂ ਸਿੱਧਾ ਗੁਰੂ ਦੀ ਬਖਸ਼ਿਸ਼ ਹੈ। ਤੇ ਬਸ ਇਹੀ ਸੀ ਦੋਵਾਂ ਵਿਚਲਾ ਸਭ ਤੋਂ ਵੱਡਾ ਬੁਨਿਆਦੀ ਫਰਕ। ਇੱਕ ਪਾਸੇ ਸੀ ਬ੍ਰਿਟਿਸ਼ ਤਾਜ ਜਿਹੜਾ ਖੁਦ ਨੂੰ ਸਭ ਤੋਂ ਵੱਡਾ ਹਾਕਮ ਮੰਨਦਾ ਸੀ, ਤੇ ਦੂਜੇ ਪਾਸੇ ਸੀ ਨਾਭਾ ਜਿਸ ਲਈ ਅਸਲੀ ਪ੍ਰਭੂ ਸੱਤਾ ਗੁਰੂ ਦੀ ਦਾਤ ਸੀ। ਅਤੇ ਇਸੇ ਇੱਕ ਸੋਚ ਨੇ ਨਾਭਾ ਦੇ ਪੂਰੇ ਇਤਿਹਾਸ ਨੂੰ ਇੱਕ ਬਿਲਕੁਲ ਵੱਖਰਾ ਮੋੜ ਦੇ ਦਿੱਤਾ। ਤਾਂ ਫਿਰ ਜਦੋਂ ਨਾਭਾ ਦਾ ਅੰਗਰੇਜ਼ਾਂ ਨਾਲ ਸਿੱਧਾ ਟਕਰਾਅ ਹੋਇਆ ਤਾਂ ਪੂਰੀ ਸਿੱਖ ਕੌਮ ਇੱਕ ਹੋ ਗਈ। ਹੁਣ ਇਸ ਏਕਤਾ ਨੂੰ ਸਮਝਣ ਲਈ ਨਾ ਅਕਾਲੀ ਸ਼ਬਦ ਦਾ ਅਸਲ ਮਤਲਬ ਸਮਝਣਾ ਬਹੁਤ ਜ਼ਰੂਰੀ ਹੈ। ਦੇਖੋ, ਉਸ ਵੇਲੇ ਇਹ ਕੋਈ ਸਿਆਸੀ ਪਾਰਟੀ ਜਾਂ ਗਰੁੱਪ ਦਾ ਨਾਂ ਨਹੀਂ ਸੀ, ਨਹੀਂ, ਇਹ ਤਾਂ ਅਕਾਲ ਪੁਰਖ ਦੇ ਉਪਾਸਕਾਂ ਦੀ ਇੱਕ ਅਧਿਆਤਮਿਕ ਭਾਵਨਾ ਸੀ, ਇੱਕ ਅਜਿਹਾ ਜਜ਼ਬਾ ਜੋ ਰਿਆਸਤਾਂ ਦੀਆਂ ਸਰਹੱਦਾਂ ਤੋਂ ਕਿਤੇ ਉੱਤੇ ਸੀ। ਅਤੇ ਇਸੇ ਖੁਦਮੁਖਤਿਆਰ ਸੋਚ, ਇਸੇ ਬਗਾਵਤ ਦੀ ਜਿਉਂਦੀ ਜਾਗਦੀ ਮਿਸਾਲ ਸਭ ਤੋਂ ਵੱਡਾ ਚਿਹਰਾ ਬਣੇ ਮਹਾਰਾਜਾ ਰਿਪੁਦਮਨ ਸਿੰਘ, ਇੱਕ ਅਜਿਹੇ ਸ਼ਾਸਕ ਜਿਨ੍ਹਾਂ ਨੇ ਸੱਚਮੁੱਚ ਨਾਭਾ ਦੇ ਇਤਿਹਾਸ ਦਾ ਪੂਰਾ ਰੁਖ ਹੀ ਮੋੜ ਕੇ ਰੱਖ ਦਿੱਤਾ ਸੀ। ਤੇ ਪਤਾ ਹੈ ਉਹਨਾਂ ਦੀ ਇਸੇ ਖੁਦਮੁਖਤਿਆਰੀ ਦਾ ਗਵਾਹ ਕੌਣ ਬਣਿਆ? ਇਹੀ ਹੀਰਾ ਮਹਿਲ। ਹਾਂ, ਬਿਲਕੁਲ ਇੱਥੇ ਹੀ ਮਹਾਰਾਜਾ ਰਿਪੁਦਮਨ ਸਿੰਘ ਨੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੇ ਨਾਲ ਮਿਲ ਕੇ ਆਨੰਦ ਮੈਰਿਜ ਐਕਟ ਦਾ ਖਰੜਾ ਤਿਆਰ ਕੀਤਾ ਸੀ। ਪਰ ਇਹ ਸਿਰਫ ਇੱਕ ਕਾਨੂੰਨ ਨਹੀਂ ਸੀ, ਸਮਝੋ ਇਹ ਤਾਂ ਬ੍ਰਿਟਿਸ਼ ਸਾਮਰਾਜ ਨੂੰ ਇੱਕ ਖੁੱਲ੍ਹਾ ਤੇ ਸਿੱਧਾ ਸੁਨੇਹਾ ਸੀ ਕਿ ਨਾਭਾ ਆਪਣੇ ਫੈਸਲੇ ਖੁਦ ਕਰੇਗਾ। ਇਸ ਤੋਂ ਬਾਅਦ ਤਾਂ ਜਿਵੇਂ ਘਟਨਾਵਾਂ ਇੱਕ ਦੂਜੇ ਨਾਲ ਜੁੜਦੀਆਂ ਚਲੀਆਂ ਗਈਆਂ। ਪਹਿਲਾਂ ਆਨੰਦ ਮੈਰਿਜ ਐਕਟ ਵਰਗਾ ਖੁਦ ਮੁਖਤਿਆਰ ਕਦਮ ਚੁੱਕਿਆ ਗਿਆ, ਫਿਰ ਮਹਾਰਾਜਾ ਨੇ ਅੰਗਰੇਜ਼ਾਂ ਦੀ ਤਾਜਪੋਸ਼ੀ ਨੂੰ ਠੁਕਰਾ ਕੇ ਖੁੱਲ੍ਹੀ ਬਗਾਵਤ ਦਾ ਐਲਾਨ ਕਰ ਦਿੱਤਾ। ਹੁਣ ਭਲਾ ਅੰਗਰੇਜ਼ੇ ਕਿਵੇਂ ਬਰਦਾਸ਼ਤ ਕਰਦੇ? ਉਹਨਾਂ ਨੇ ਜਵਾਬੀ ਕਾਰਵਾਈ ਕੀਤੀ, ਮਹਾਰਾਜਾ ਨੂੰ ਜ਼ਬਰੀ ਗੱਦੀ ਤੋਂ ਲਾਇਆ ਤੇ ਦੇਸ਼ ਨਿਕਾਲਾ ਦੇ ਦਿੱਤਾ। ਪਰ ਇਸ ਜ਼ੁਲਮ ਨੇ ਇੱਕ ਅਜਿਹੀ ਚੰਗਿਆੜੀ ਭੜਕਾਈ ਜਿਸ ਨੇ ਜੈਤੋ ਮੋਰਚੇ ਦਾ ਰੂਪ ਲੈ ਲਿਆ, ਇੱਕ ਅਜਿਹਾ ਸੰਘਰਸ਼ ਜਿਸ ਨੇ ਪੂਰੇ ਸਿੱਖ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਤਾਂ ਇਹ ਸੀ ਨਾਭਾ ਦਾ ਉਹ ਸ਼ਾਨਦਾਰ ਇਤਿਹਾਸ, ਬਗਾਵਤ ਤੇ ਖੁਦ ਮੁਖਤਿਆਰੀ ਦੀ ਇੱਕ ਬੇਮਿਸਾਲ ਦਾਸਤਾਨ। ਪਰ ਸਵਾਲ ਇਹ ਹੈ ਕਿ ਅੱਜ ਉਸ ਇਤਿਹਾਸ ਦਾ ਕੀ ਬਣਿਆ? ਚਲੋ ਵਾਪਸ ਵਰਤਮਾਨ ਵਿੱਚ ਚਲਦੇ ਹਾਂ, ਜਿੱਥੇ ਹੀਰਾ ਮਹਿਲ ਦੀਆਂ ਕੰਧਾਂ ਉਸ ਵਿਰਾਸਤ ਨੂੰ ਤਾਂ ਆਪਣੇ ਅੰਦਰ ਸਾਂਭੀ ਬੈਠੀਆਂ ਨੇ, ਪਰ ਅਫਸੋਸ ਅੱਜ ਉਹ ਖੁਦ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਨੇ। ਅੱਜ ਸਭ ਤੋਂ ਵੱਡੀ ਚੁਣੌਤੀ ਇਹੀ ਬਣ ਗਈ ਹੈ। ਦੇਖੋ, ਇੱਕ ਪਾਸੇ ਤਾਂ ਹੀਰਾ ਮਹਿਲ ਵਰਗੀਆਂ ਇਤਿਹਾਸਿਕ ਥਾਵਾਂ ਦੀ ਦੇਖਭਾਲ ਸਰਕਾਰ ਦੀਆਂ ਤਰਜੀਹਾਂ ਵਿੱਚ ਕਿਤੇ ਨਜ਼ਰ ਹੀ ਨਹੀਂ ਆਉਂਦੀ, ਤੇ ਦੂਜੇ ਪਾਸੇ ਸ਼ਾਹੀ ਪਰਿਵਾਰ ਹੈ ਜਿਸ ਕੋਲ ਆਪਣੀ ਇਸ ਅਨਮੋਲ ਵਿਰਾਸਤ ਨੂੰ ਬਚਾਉਣ ਦਾ ਪੂਰਾ ਜਜ਼ਬਾ ਵੀ ਹੈ ਤੇ ਨਜ਼ਰੀਆ ਵੀ। ਪਰ ਦਿੱਕਤ ਇਹ ਹੈ ਕਿ ਸਰਕਾਰ ਨਾਲ ਸਾਂਝੇਦਾਰੀ ਜਾਂ ਲੀਜ਼ ਬਾਰੇ ਜੋ ਵੀ ਗੱਲਬਾਤ ਹੁੰਦੀ ਹੈ ਉਹ ਕਿਤੇ ਸਿਰੇ ਨਹੀਂ ਚੜ ਰਹੀ। ਜਦੋਂ ਆਪਾਂ ਦੂਜੇ ਪਾਸੇ ਨਜ਼ਰ ਮਾਰਦੇ ਹਾਂ ਤਾਂ ਰਾਜਸਥਾਨ ਦੀ ਮਿਸਾਲ ਸਾਫ਼-ਸਾਫ਼ ਸਾਹਮਣੇ ਆਉਂਦੀ ਹੈ। ਉੱਥੇ ਵਿਰਾਸਤੀ ਮਹਿਲਾਂ ਨੂੰ ਕਿੰਨੀ ਸਫਲਤਾ ਨਾਲ ਵਿਸ਼ਵ ਪੱਧਰ ਦੇ ਸੈਰ ਸਪਾਟਾ ਕੇਂਦਰਾਂ ਵਿੱਚ ਬਦਲ ਦਿੱਤਾ ਗਿਆ ਹੈ। ਤਾਂ ਫਿਰ ਸੋਚਣ ਵਾਲੀ ਗੱਲ ਤਾਂ ਇਹੀ ਹੈ ਨਾ ਕਿ ਆਪਣਾ ਪੰਜਾਬ ਜਿਹੜਾ ਕਿਲਿਆਂ, ਧਾਰਮਿਕ ਸਥਾਨਾਂ ਤੇ ਮਹਿਲਾਂ ਨਾਲ ਭਰਿਆ ਪਿਆ ਹੈ, ਉਹ ਆਪਣੀ ਇਸ ਜ਼ਬਰਦਸਤ ਵਿਰਾਸਤੀ ਸੰਭਾਵਨਾ ਦੀ ਵਰਤੋਂ ਕਿਉਂ ਨਹੀਂ ਕਰ ਪਾ ਰਿਹਾ? ਤਾਂ ਫਿਰ ਇਸ ਸਾਰੀ ਗੱਲਬਾਤ ਦਾ, ਇਸ ਪੂਰੀ ਕਹਾਣੀ ਦਾ ਮਤਲਬ ਕੀ ਨਿਕਲਦਾ ਹੈ? ਆਖਿਰ ਇਤਿਹਾਸ ਨੂੰ ਯਾਦ ਰੱਖਣਾ ਇੰਨਾ ਜ਼ਰੂਰੀ ਹੈ ਹੀ ਕਿਉਂ? ਕਿਉਂਕਿ ਇਹ ਸਿਰਫ ਬੀਤੇ ਹੋਏ ਕੱਲ ਦੀ ਗੱਲ ਨਹੀਂ, ਇਹ ਆਉਣ ਵਾਲੇ ਕੱਲ ਦੀ ਮਜ਼ਬੂਤ ਨੀਂਹ ਹੈ। ਤਾਂ ਸਭ ਤੋਂ ਵੱਡਾ ਸਵਾਲ ਇਹੀ ਉੱਠਦਾ ਏ ਕਿ ਕੋਈ ਵੀ ਕੌਮ, ਕੋਈ ਵੀ ਸਮਾਜ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਤਾਕਤ ਨੂੰ ਕਿਵੇਂ ਯਕੀਨੀ ਬਣਾ ਸਕਦਾ ਹੈ? ਇਸ ਦਾ ਜਵਾਬ ਸ਼ਾਇਦ ਬਹੁਤ ਸੌਖਾ ਹੈ, ਪਰ ਅਕਸਰ ਅਸੀਂ ਇਸ ਨੂੰ ਭੁਲਾ ਦਿੰਦੇ ਹਾਂ। ਅਤੇ ਅੰਤ ਵਿੱਚ ਸਭ ਤੋਂ ਜ਼ਰੂਰੀ ਗੱਲ ਤੇ ਆਉਂਦੇ ਹਾਂ।
ਦੇਖੋ, ਜਿਸ ਤਰ੍ਹਾਂ ਇੱਕ ਸਰੀਰ ਨੂੰ ਤੰਦਰੁਸਤ ਰਹਿਣ ਲਈ ਚੰਗੇ ਭੋਜਨ ਦੀ, ਚੰਗੀ ਖੁਰਾਕ ਦੀ ਲੋੜ ਹੁੰਦੀ ਹੈ, ਠੀਕ ਉਸੇ ਤਰ੍ਹਾਂ ਕਿਸੇ ਵੀ ਕੌਮ ਨੂੰ ਕਮਜ਼ੋਰ ਹੋਣ ਤੋਂ ਬਚਣ ਲਈ ਆਪਣੇ ਇਤਿਹਾਸ ਦੀ ਨਿਯਮਤ ਖੁਰਾਕ ਦੀ ਲੋੜ ਹੁੰਦੀ ਹੈ। ਨਾਭਾ ਦੀ ਇਹ ਦਾਸਤਾਨ ਸਿਰਫ ਇੱਕ ਰਿਆਸਤ ਦੀ ਕਹਾਣੀ ਨਹੀਂ ਹੈ, ਇਹ ਤਾਂ ਇੱਕ ਸਬਕ ਹੈ, ਇੱਕ ਯਾਦ ਦਹਾਨੀ ਹੈ ਕਿ ਆਪਣੀਆਂ ਜੜ੍ਹਾਂ ਨੂੰ ਸੰਭਾਲਣਾ ਹੀ ਭਵਿੱਖ ਨੂੰ ਮਜ਼ਬੂਤ ਕਰਨ ਦਾ ਇੱਕੋ ਇੱਕ ਰਾਹ ਹੈ। Yo, what's up everybody? Smash that subscribe button and turn on notifications so you never miss a banger.